ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਭਗਤ ਕਬੀਰ ਜੀ ਦੇ 534 ਸ਼ਬਦ ਸ਼ਲੋਕ ਦਰਜ ਹਨ। ਸਾਧ ਸੰਗਤ ਜੀ, 1364 ਅੰਗ ਤੋਂ ਲੈ ਕੇ 1377 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦੇ 243 ਸ਼ਲੋਕ ਸੁਸ਼ੋਭਿਤ ਹਨ। 1371 ਅੰਗ ਤੇ ਵਿਚਾਰ ਹੋਈ, 1372 ਅੰਗ ਤੇ ਵਿਚਾਰ ਕਰੀਏ, ਜੋ 159 ਸ਼ਲੋਕ ਹੋ ਜਾਣਗੇ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਗਹਿ ਗਚ ਪਰੋ ਕੁਟੰਬ ਕੈ, ਕਾਠੈ ਰਹਿ ਗਇਓ ਰਾਮ। ਆਏ ਪਰੇ ਧਰਮ ਰਾਏ ਕੇ, ਬੀਚੇ ਧੂਮਾ ਧਾਮ। ਕਬੀਰ ਜੀ ਕਹਿੰਦੇ ਹਨ, ਪੁਰਸ਼ ਆਪਣੇ ਪੁੱਤਰ ਇਸਤਰੀ ਆਦਿ ਕੁਟੁੰਬਿਆਂ ਦੇ ਕਮਸਾਨ ਵਿੱਚ ਪਿਆ ਰਹਿੰਦਾ ਹੈ ਅਤੇ ਪਰਮਾਤਮਾ ਦੇ ਭਜਨ ਸਿਮਰਨ ਦੀ ਯਾਦ ਲੰਬੇ ਇੱਕ ਪਾਸੇ ਹੀ ਰਹਿ ਜਾਂਦੀ ਹੈ। ਇਸ ਰੋਲੇ ਰੱਪੇ ਵਿੱਚ ਹੀ ਧਰਮ ਰਾਜ ਦੇ ਦੂਤ ਆ ਪਹੁੰਚਦੇ ਹਨ। ਰਾਮ ਨਾਮ ਸਤ ਹੋਣ ਲੱਗ ਪੈਂਦੀ ਹੈ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਓ। ਉਹ ਸਾਕਤ ਬਪੁਰਾ ਮਰ ਗਿਆ, ਕੋਏ ਨਾ ਲਹਿ ਨਾਓ। ਹੇ ਕਬੀਰ, ਵਾਹਿਗੁਰੂ ਵੱਲੋਂ ਬੇਮੁਖ ਪਰਸ ਨਾਲੋਂ ਸੂਰ ਚੰਗਾ ਹੈ, ਜਿਹੜਾ ਵਿਸ਼ਟਾ ਗੰਦਗੀ ਖਾ ਕਰਕੇ ਪੂਰੇ ਪਿੰਡ ਨੂੰ ਸਾਫ਼ ਰੱਖਦਾ ਹੈ। ਪਰ ਬੇਮੁਖ ਪੁਰਸ਼ ਜਦੋਂ ਮਰ ਜਾਂਦਾ ਹੈ ਤਾਂ ਕੋਈ ਵੀ ਉਸ ਦਾ ਨਾਮ ਨਹੀਂ ਲੈਂਦਾ, ਕਿਉਂਕਿ ਉਸਨੇ ਕੋਈ ਚੰਗਿਆਈ ਨਹੀਂ ਕੀਤੀ ਹੁੰਦੀ, ਸਗੋਂ ਦੁੱਖ ਦੇ ਕੇ ਗੰਦ ਹੀ ਖਿੰਡਾਇਆ ਹੁੰਦਾ ਹੈ। ਕਬੀਰ ਕੌਡੀ ਕੌਡੀ ਜੋਰ ਕੈ, ਜੋਰੇ ਲਾਖ ਕਰੋੜ। ਚਲਤੀ ਬਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਕਬੀਰ ਜੀ ਕਹਿੰਦੇ ਹਨ, ਕੋਡੀ ਕੋਡੀ ਇਕੱਠੀ ਕਰਕੇ ਲੱਖਾਂ ਤੇ ਕਰੋੜਾਂ ਜੋੜ ਲਈ, ਪਰ ਅੰਤ ਸਮੇਂ ਇਸ ਸੰਸਾਰ ਤੋਂ ਅੱਗੇ ਚੱਲਣ ਲੱਗੇ ਕੁਝ ਵੀ ਨਾ ਮਿਲਿਆ। ਇੱਥੋਂ ਤੱਕ ਕਿ ਲੱਕ ਨਾਲ ਬੰਧੀ ਹੋਈ ਉਸ ਦੀ ਲੰਗੋਟੀ ਵੀ ਉਤਾਰ ਲਈ। ਕਬੀਰ ਬੈਸਨੋ ਹੁਆ ਤਾਂ ਕਿਆ ਭਇਆ, ਮਾਲਾ ਮੇਲੀ ਚਾਰ। ਬਾਹਰ ਕੰਚਨ ਬਾਰਹਾ, ਭੀਤਰ ਭਰੀ ਭੰਗਾਰ। ਕਬੀਰ ਜੀ ਕਹਿੰਦੇ ਹਨ, ਵਿਸ਼ਨੂੰ ਦਾ ਭਗਤ ਹੋ ਗਿਆ ਤਾਂ ਕੀ ਹੋਇਆ? ਗਲ ਵਿੱਚ 4 ਮਾਲਾ ਇਕੱਠੀਆਂ ਕਰਕੇ ਪਾ ਲੀਆਂ, ਬਾਹਰੋਂ ਤਾਂ ਉਹ 12 ਵੰਨੀ ਦਾ ਸੁੱਧ ਸੋਨਾ ਜਾਪਦਾ ਹੈ, ਪਰ ਮਨ ਅੰਦਰ ਮੈਲ ਲਾਖ ਭਰੀ ਹੋਈ ਹੁੰਦੀ ਹੈ, ਜੋ ਬੁਰੇ ਕਰਤਵਾਂ ਦਾ ਸੰਕੇਤ ਹੁੰਦਾ ਹੈ।
कबीर रोड़ा हुए रहो बाट का, तज मन का अभिमान। ऐसा कोई दास होए, ताहे मिले भगवान। हे कबीर, तू रस्ते दा रोड़ा हो रहे, अपने मन दा अहंकार छੱਡ ਦੇ, ਕਿਉਂਕਿ ਜੇ ਕੋਈ ਅਜਿਹਾ ਦਾਸ ਹੋਵੇ ਤਾਂ ਉਸ ਨੂੰ ਹੀ ਪਰਮਾਤਮਾ ਮਿਲਦਾ ਹੈ। ਕਬੀਰ रोड़ा हुआ ता क्या भया, पंखी को दुख दे, ऐसा तेरा दास है जो धरणी मह खेह। ਕਬੀਰ ਜੀ ਕਹਿੰਦੇ ਹਨ, ਜੇ ਰਸਤੇ ਦਾ ਰੋੜਾ ਹੋ ਗਿਆ ਤਾਂ ਕੀ ਹੋਇਆ, ਉਹ ਰਾਹੀ ਦੇ ਪੈਰਾਂ ਨੂੰ ਚੁਭੇਗਾ ਤੇ ਦੁੱਖ ਦੇਵੇਗਾ। ਪਰਮਾਤਮਾ ਦਾ ਦਾਸ ਅਜਿਹਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪ੍ਰਿਥਵੀ ਉੱਤੇ ਮਿੱਟੀ ਹੁੰਦੀ ਹੈ। ਕਬੀਰ ਖੇਹੇ ਹੋਈ ਤੋ ਕਿਆ ਭਇਆ, ਜੋ ਉਡ ਲਾਗੈ ਅੰਗ, ਹਰ ਜਨ ਐਸਾ ਚਾਹੀਐ, ਜੋ ਪਾਣੀ ਸਰਬੰਗ। ਕਬੀਰ ਜੀ ਕਹਿੰਦੇ ਹਨ, ਮਿੱਟੀ ਵੀ ਹੋ ਗਈ ਤਾਂ ਕੀ ਹੋਇਆ, ਜੋ ਉੱਡ ਉੱਡ ਕੇ ਸਰੀਰ ਦੇ ਅੰਗਾਂ ਨੂੰ ਲੱਗ ਕੇ ਮੈਲਾ ਕਰ ਦਿੰਦੀ ਹੈ। ਇਸ ਕਰਕੇ ਹਰੀ ਦਾ ਦਾਸ ਭਗਤ ਐਸਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪਾਣੀ ਹੈ ਜੋ ਸਾਰੇ ਅੰਗਾਂ ਨਾਲ ਮੇਲ ਰੱਖਦਾ ਹੈ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਕਬੀਰ ਜੀ ਕਹਿੰਦੇ ਹਨ, ਪਾਣੀ ਵਰਗਾ ਵੀ ਹੋ ਗਿਆ ਤਾਂ ਕੀ ਹੋਇਆ, ਪਾਣੀ ਠੰਡਾ ਤੇ ਤੱਤਾ ਹੋ ਜਾਂਦਾ ਹੈ। ਪਰਮਾਤਮਾ ਦਾ ਭਗਤ ਐਸਾ ਹੋਣਾ ਚਾਹੀਦਾ ਹੈ ਕਿ ਹਰੀ ਵਰਗਾ ਉਸ ਦਾ ਰੂਪ ਹੀ ਹੋ ਜਾਵੇ। ਊਚ ਭਵਨ ਕਨ ਕਾਮਨੀ, ਸਿਖਰ ਧਜਾ ਫਹਿਰਾਏ, ਤਾਂ ਤੇ ਭਲੀ ਮਧੁਕਰੀ, ਸਤ ਸੰਗ ਗੁਣ ਗਾਏ। ਕਬੀਰ ਜੀ ਕਹਿੰਦੇ ਹਨ, ਉੱਚੇ ਮਹਿਲ, ਮਾੜੀਆਂ, ਸੋਨਾ ਅਥਵਾ ਧਨ ਸੰਪਦਾ ਅਤੇ ਸੁੰਦਰ ਇਸਤਰੀ ਹੋਵੇ ਅਤੇ ਘਰ ਦੀ ਚੋਟੀ ਉੱਤੇ ਝੰਡਾ ਝੂਲਦਾ ਹੋਵੇ, ਪਰ ਜੇ ਇੱਥੇ ਪ੍ਰਭੂ ਗੁਣ ਨਾ ਗਾਏ ਜਾਂਦੇ ਹੋਣ ਤਾਂ ਇਸ ਨਾਲੋਂ ਭਿਖਿਆ ਦੀ ਮੰਗੀ ਰੋਟੀ ਚੰਗੀ ਹੈ, ਜਿਸ ਨੂੰ ਖਾ ਕੇ ਪੁਰਸ਼ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ। ਕਬੀਰ ਪਾਟਣ ਤੇ ਊਜਰ ਭਲਾ, ਰਾਮ ਭਗਤ ਜਹ ਠਾਏ, ਰਾਮ ਸਨੇਹੀ ਬਾਹਰਾ, ਜਮਪੁਰ ਮੇਰੇ ਭਾਏ। ਹੇ ਕਬੀਰ, ਸ਼ਹਿਰ ਨਾਲੋਂ ਉਜਾੜ ਚੰਗੀ ਹੈ, ਜਿੱਥੇ ਪਰਮਾਤਮਾ ਦੇ ਭਗਤ ਉਸ ਦੇ ਗੁਣ ਗਾਉਂਦੇ ਹਨ। ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਜਿਹੜਾ ਅਸਥਾਨ ਹੈ ਉਹ ਮੇਰੇ ਭਾ ਵਿਚਾਰ ਦਾ ਜਮਾਂ ਦੀ ਪੁਰੀ ਨਰਕ ਸਮਾਨ ਹੈ। ਕਬੀਰ ਗੰਗ ਜਮੁਨ ਕੇ ਅੰਤਰੇ, ਸਹਿਜ ਸੁਨ ਕੇ ਘਾਟ, ਤਾਹਾਂ ਕਬੀਰੈ ਮਟਕਿਆ,
ਖੋਜਤ ਮੁਨ ਜਨ ਬਾਟ। ਕਬੀਰ ਜੀ ਕਹਿੰਦੇ ਹਨ, ਗੰਗਾ ਜਮਨਾ ਦੇ ਅੰਦਰ ਜਿੱਥੇ ਮਨ ਦੀ ਅਡੋਲ ਅਵਸਥਾ ਰਹਿੰਦੀ ਹੈ ਅਤੇ ਮਾਇਆ ਦੇ ਫੁਰਨੇ ਨਹੀਂ ਉੱਠਦੇ, ਉਸ ਘਾਟ ਟਿਕਾਣੇ ਉੱਤੇ ਕਬੀਰ ਜੀ ਨੇ ਨਿਵਾਸ ਕੀਤਾ ਹੈ, ਜਿਸ ਰਸਤੇ ਨੂੰ ਮੁਨੀ ਜਨ ਲੱਭਦੇ ਹਨ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ। ਹੀਰਾ ਕਿਸ ਕਾ ਬਾਪੁਰਾ, ਪੂਜੇ ਨਾ ਰਤਨ ਕਰੋੜ। ਕਬੀਰ ਜੀ ਕਹਿੰਦੇ ਹਨ, ਜੈਸੀ ਕੋਮਲਤਾ ਤੇ ਨਵੀਨਤਾ ਨਵੇਂ ਉੱਗੇ ਬੂਟੇ ਵਿੱਚ ਹੁੰਦੀ ਹੈ, ਜੇ ਐਸੀ ਹੀ ਅੰਤ ਤੱਕ ਬਣੀ ਰਹੇ ਤਾਂ ਫਿਰ ਇੱਕ ਹੀਰਾ ਕੀ ਵਿਚਾਰਾ ਹੈ। ਉਸ ਨੂੰ ਕਰੋੜਾਂ ਰਤਨ ਵੀ ਨਹੀਂ ਪੁੱਜ ਸਕਦੇ, ਭਾਵ ਉਸ ਦੀ ਬਰਾਬਰੀ ਨਹੀਂ ਕਰ ਸਕਦੇ। ਕਬੀਰਾ ਏਕ ਅਚੰਭੋ ਦੇਖਿਓ, ਹੀਰਾ ਹਾਟ ਬਿਕਾਏ। ਬੰਜਨ ਹਾਰੇ ਬਾਹਰਾ, ਕੌਡੀ ਬਦਲੈ ਜਾਏ। ਕਬੀਰ ਜੀ ਕਹਿੰਦੇ ਹਨ, ਮੈਂ ਇੱਕ ਅਚਰਜ ਗੱਲ ਵੇਖੀ ਹੈ ਕਿ ਹੀਰਾ ਹੱਟੀ ਹੱਟੀ ਵਿਕ ਰਿਹਾ ਹੈ, ਪਰ ਉਸਦੇ ਪਾਰਖੂ ਜੋਹਰੀ ਤੋਂ ਬਿਨਾਂ ਉਹ ਇੱਕ ਕੋਡੀ ਦੇ ਪਾ ਜਾ ਰਿਹਾ ਹੈ। ਇਹ ਮਨੁੱਖਾ ਜਨਮ ਇੱਕ ਹੀਰੇ ਦੇ ਸਮਾਨ ਅਮੋਲਕ ਹੈ। ਜਿਹੜੇ ਇਸ ਨੂੰ ਪ੍ਰਭੂ ਭਗਤੀ ਵਿੱਚ ਨਹੀਂ ਲਿਆਉਂਦੇ, ਉਹ ਮਾਇਆ ਦੇ ਵਿਹਾਰਾਂ ਕਾਰਾਂ ਵਿੱਚ ਇਸ ਨੂੰ ਅਜਾਹੀ ਗਵਾ ਲੈਂਦੇ ਹਨ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤੈ ਪਾਪ। ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤਹਿ ਆਪ। ਕਬੀਰ ਜੀ ਕਹਿੰਦੇ ਹਨ, ਜਿੱਥੇ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਬਖਸ਼ੀਸ਼ ਦਾ ਗਿਆਨ ਹੋਵੇ, ਉੱਥੇ ਧਰਮ ਦਾ ਪੱਖ ਹੁੰਦਾ ਹੈ, ਅਤੇ ਜਿੱਥੇ ਝੂਠ ਹੈ ਉੱਥੇ ਪਾਪ ਦਾ ਪੱਖ ਪ੍ਰਧਾਨ ਹੁੰਦਾ ਹੈ। ਫਿਰ ਜਿੱਥੇ ਲੋਭ ਲਾਲਚ ਹੋਵੇ, ਉੱਥੇ ਕਾਲ ਅਧਿਆਤਮਿਕ ਮੌਤ ਹੁੰਦੀ ਹੈ, ਅਤੇ ਜਿਸ ਹਿਰਦੇ ਵਿੱਚ ਦਇਆ ਭਾਵ ਹੋਵੇ, ਉੱਥੇ ਪਰਮਾਤਮਾ ਦਾ ਆਪਣਾ ਨਿਵਾਸ ਹੁੰਦਾ ਹੈ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨੀਵਰ ਗਲੇ, ਮਾਨ ਸਭੈ ਕੋ ਖਾਏ। ਏ ਕਬੀਰ, ਮਾਇਆ ਤਿਆਗ ਦਿੱਤੀ ਤਾਂ ਕੀ ਹੋਇਆ, ਜੇਕਰ ਮਨ ਦਾ ਹੰਕਾਰ ਨਹੀਂ ਤਿਆਗਿਆ ਜਾਂਦਾ, ਕਿਉਂਕਿ ਵੱਡੇ ਮੁਨੀ ਤੇ ਰਿਸ਼ੀ ਇਸ ਹੰਕਾਰ ਵਿੱਚ ਹੀ ਗਲ ਨਾਸ ਹੋ ਜਾਂਦੇ ਹਨ, ਅਤੇ ਇਹ ਹੰਕਾਰ ਹੀ ਸਭ ਪ੍ਰਾਣੀ ਮਾਤਰ ਨੂੰ ਖਾ ਜਾਂਦਾ, ਨਸ਼ਟ ਕਰ ਦਿੰਦਾ ਹੈ। ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਲਾਗਤ ਹੀ ਭੋਏ ਮਿਲ ਗਿਆ, ਭਰਿਆ ਕਲੇਜੇ ਛੇਕ। ਕਬੀਰ ਜੀ ਕਹਿੰਦੇ ਹਨ, ਮੈਨੂੰ ਸੱਚਾ ਪੂਰਾ ਸਤਿਗੁਰੂ ਮਿਲਿਆ,
ਉਸਨੇ ਮੈਨੂੰ ਇੱਕ ਰਾਮ ਨਾਮ ਦਾ ਉਪਦੇਸ਼ ਬਾਣ ਮਾਰਿਆ, ਜਿਸ ਦੇ ਲੱਗਣ ਸਾਰ ਹੀ ਮੈਂ ਧਰਤੀ ਨਾਲ ਮਿਲ ਗਿਆ। ਅਰਥਾਤ ਮੇਰੇ ਮਨ ਵਿੱਚ ਨਿਮਰਤਾ ਆ ਗਈ। ਮੇਰਾ ਹਿਰਦਾ ਗੁਰੂ ਪ੍ਰੇਮ ਵਿੱਚ ਵਿੰਨਿਆ ਗਿਆ। ਕਬੀਰ ਸਾਚਾ ਸਤਿਗੁਰੂ ਕਿਆ ਕਰੈ, ਜੋ ਸਿਖਾ ਮਹਿ ਚੂਕ। ਅੰਧੇ ਏਕ ਨਾ ਲਾਗਈ, ਜੋ ਬਾਸ ਬਜਾਈਐ ਫੂਕ। ਕਬੀਰ ਜੀ ਕਹਿੰਦੇ ਹਨ, ਸੱਚਾ ਸਤਿਗੁਰੂ ਕੀ ਕਰ ਸਕਦਾ ਹੈ? ਜੇਕਰ ਚੇਲਿਆਂ ਸਿੱਖਾਂ ਵਿੱਚ ਹੀ ਉਣਤਾਈ ਹੋਵੇ, ਹੰਕਾਰ ਵਿੱਚ ਅੰਨੇ ਹੋਏ ਨੂੰ ਇੱਕ ਗੱਲ ਵੀ ਸਿੱਖਿਆ ਦੀ ਨਹੀਂ ਲੱਗਦੀ। ਜਿਵੇਂ ਵਾਸ ਨੂੰ ਫੂਕ ਨਾਲ ਵਜਾਈਦਾ ਹੈ ਤੇ ਉਹ ਆਰ ਪਾਰ ਲੰਘ ਜਾਂਦੀ ਹੈ, ਕਿਉਂਕਿ ਵਾਸ ਅੰਦਰੋਂ ਸਖਣਾ ਗੁਣਹੀਨ ਹੁੰਦਾ ਹੈ। ਕਬੀਰ ਹੈ ਗੈ ਬਾਹਨ ਸਘਨ ਘਨ, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੂਜੈ, ਹਰ ਜਨ ਕੀ ਪਨਿਹਾਰ। ਕਬੀਰ ਜੀ ਕਹਿੰਦੇ ਹਨ, ਘੋੜੇ, ਹਾਥੀ ਆਦਿ ਸਵਾਰੀ ਬੇਅੰਤ ਸਾਧਨਾ ਵਾਲੇ ਛਤਰਧਾਰੀ ਰਾਜੇ ਦੀ ਇਸਤਰੀ ਉਸ ਇਸਤਰੀ ਦੀ ਬਰਾਬਰੀ ਨਹੀਂ ਕਰ ਸਕਦੀ, ਜਿਹੜੀ ਪ੍ਰਭੂ ਭਗਤਾਂ ਦਾ ਪਾਣੀ ਭਰਨ ਵਾਲੀ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਕੱਲ 1373 ਅੰਗ ਤੇ ਵਿਚਾਰ ਹੋਏਗੀ। ਚੈਨਲ ਪਰਮਾਤਮ ਕੀ ਮੌਜ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।